अस्सलाम वालेकुम जी। थोड़ा सियासत ਦੇ ਨਾਲ ਮੈਂ ਤੁਹਾਡਾ ਯਾਰ ਅਹਿਮਦ ਲਤੀਫ ਤੇ ਅੱਜ ਅਸੀਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਤੇ ਕੁਝ ਵੀ ਸੋਸ਼ਲ ਨਹੀਂ ਹੈਗਾ। ਲੋਕ ਆਖਦੇ ਨੇ ਸੋਸ਼ਲ ਮੀਡੀਆ ਤੇ ਕੁਝ ਵੀ ਸੋਸ਼ਲ ਨਹੀਂ ਤੇ ਕਾਮਨ ਸੈਂਸ ਵੀ ਕਾਮਨ ਨਹੀਂ ਹੈਗੀ। ਇਸ ਤੇ ਗੱਲਾਂ ਕਰਨ ਵਾਸਤੇ ਸੋਸ਼ਲ ਮੀਡੀਆ ਐਕਟਿਵਿਸਟ ਹੈਗੀਆਂ ਨੇ ਸਾਡੀਆਂ। ਉਮਤੁਲ ਗਫੂਰ, ਇਲਮ, ਅਦਬ, ਤਹਿਜ਼ੀਬ, ਸਕਾਫਤ, ਇਹ ਸਾਰੀਆਂ ਗੱਲਾਂ ਤੇ ਫਿਰ ਦਰਦਮੰਦੀ ਔਰ ਵੈਲਫੇਅਰ ਵੀ ਨਾਲ ਚੱਲਦੀ ਪਈ। ਉਹ ਵੀ ਪੁੱਛਾਂਗੇ ਕਿਹੜੀ ਵੈਲਫੇਅਰ ਸੁਸਾਇਟੀ ਜਿਹਦੇ ਨਾਲ ਤੁਸੀਂ ਅਟੈਚ ਹੋ, ਅੱਜ ਕੱਲ੍ਹ ਕੰਮ ਕਰ ਰਹੇ ਹੋ, ਉਹ ਅਮੂਮਨ ਬੱਚੀਆਂ ਵਾਸਤੇ ਹੈ, ਬੱਚਿਆਂ ਵਾਸਤੇ ਹੈ। ਔਰ ਇਹ ਜਿਹੜਾ ਅੱਜ ਕੱਲ੍ਹ ਡਿਪਰੈਸ ਕਰਨ ਦਾ ਇੱਕ ਕੇਸ ਹੈਗਾ, ਉਸ ਤੇ ਵੀ ਅਸੀਂ ਗੱਲ ਕਰਾਂਗੇ ਵੀ ਕੌਣ ਕਿਸੇ ਨੂੰ ਮਰਜ਼ੀ ਨਹੀਂ ਕਰਨ ਦਿੰਦਾ ਤੇ ਕਤਲ ਕਰ ਦਿੰਦਾ ਹੈ, ਕਿਸ ਨੂੰ ਹੱਕ ਹਾਸਲ ਹੈ ਕਿ ਕਿਸੇ ਦੀ ਜ਼ਿੰਦਗੀ ਲੈ ਲਵੇ। ਇੱਕ ਦੂਸਰੀਆਂ ਸੂਰਤਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਸਭ ਕੁਝ ਹੋ ਰਿਹਾ ਹੈ, ਇਹ ਕੀ ਹੋ ਰਿਹਾ ਹੈ। ਫਿਰ ਨਵੇਂ ਕਾਨੂੰਨ ਬਣ ਰਹੇ ਨੇ ਕਿ ਕਿਤਨੀ ਉਮਰ ਦੇ ਬੱਚਿਆਂ ਨੂੰ ਤੇ ਬੱਚੀਆਂ ਨੂੰ ਅਸੀਂ ਸੋਸ਼ਲ ਮੀਡੀਆ ਜਿਹੜਾ ਉਹ ਯੂਜ਼ ਕਰਨ ਦੀ ਇਜਾਜ਼ਤ ਹੋਵੇਗੀ। ਇਹ ਵੀ ਚੱਲ ਰਿਹਾ ਹੈ ਤੇ ਲੋਕ ਪਤਾ ਕੀ ਆਖਦੇ ਨੇ ਪਏ, ਥੱਲੇ ਵਾਲੀ ਉਮਰ ਵੀ ਵੇਖੋ ਤੇ ਅੱਪਰ ਵਾਲੀ ਉਮਰ ਵੀ ਵੇਖੋ, ਬਾਬੇ ਵੀ ਖਰਾਬ ਪਏ ਹੁੰਦੇ ਨੇ ਤੇ ਕੁੜੀਆਂ ਵੀ ਤੇ ਬੱਚੇ ਵੀ। ਇਹਦੀ ਵੀ ਗੱਲ ਕਰਨੀ ਹੈ ਜੀ। ਕੀ ਹਾਲ ਹੈ ਜੀ? अस्सलाम वालेकुम जी। बिल्कुल ठीक ठाक है हाल ते तुसी सुनाओ। ਅੱਲਾ ਦਾ ਬੜਾ ਕਰਮ ਹੈ। ਤੇ ਤੁਸੀਂ ਦੱਸੋ ਨਾ, ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ, ਤੁਸੀਂ ਵੀ ਜ਼ਾਹਿਰ ਹੈ ਇਸ ਤੇ ਡਿਪਰੈਸ ਹੁੰਦੇ ਹੋ, ਦੇਖਦੇ ਹੋ, ਇਹ ਹੋ ਕੀ ਰਿਹਾ हाँ जी, सोशल मीडिया ते ਜਿਹੜੀਆਂ ਚੀਜ਼ਾਂ ਦੇਖੀਆਂ ਨੇ ਤੇ ਯਕੀਨਨ ਇੱਕ ਬਹੁਤ ਬੜਾ ਡਿਪਰੈਸ਼ਨ ਦਾ ਬਾਇਸ ਬਣਦੀਆਂ ਨੇ। ਇਹਦੇ ਵਾਸਤੇ ਜ਼ਰੂਰੀ ਤੇ ਬਹੁਤ ਸਾਰੀਆਂ ਹੀ ਗੱਲਾਂ ਨੇ, ਲੇਕਿਨ ਇਹ ਕਿ ਜਿਸ ਵਕਤ ਬੱਚਿਆਂ ਦੀ ਬਾਤ ਕਰੋ ਤਾਂ ਯਕੀਨਨ ਬੱਚਿਆਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਕਿ ਸੋਸ਼ਲ ਮੀਡੀਆ ਜਿਸ ਵਕਤ ਇਸਤੇਮਾਲ ਕਰ ਰਹੇ ਨੇ ਤੇ ਉਹਨੂੰ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਕਰਨਾ ਹੈ, ਉਹਨਾਂ ਨੂੰ ਅੱਛਾ ਵੇਖਣਾ ਕਿਸ ਤਰ੍ਹਾਂ, company ਦਿਓ। ਚੋਰੀ ਚੋਰੀ ਵੇਖਣਾ ਹੈ? ਨਹੀਂ, ਉਹਨਾਂ ਨੂੰ ਗਾਈਡਲਾਈਨ ਦਿਓ ਨਾ, ਜੇ ਉਹਨਾਂ ਨੂੰ ਸਾਹਮਣੇ ਪਤਾ ਲੱਗ ਰੱਖੋ। ਜਾਣਾ ਸਾਨੂੰ ਵਾਚ ਕੀਤਾ ਜਾ ਰਿਹਾ ਤੇ ਫਿਰ ਉਹ ਚੋਰੀਆਂ ਕਰਨ ਲੱਗ ਪੈਂਦੇ। ਨਹੀਂ, ਚੋਰੀਆਂ ਦੀ ਹੱਦ ਤੱਕ ਨਹੀਂ ਹੈ। ਉਹਨਾਂ ਨਾਲ ਇਤਨੀ ਦੋਸਤੀ ਰੱਖੋ ਕਿ ਉਹ ਤੁਹਾਡੇ ਨਾਲ ਬਹੁਤ ਸਾਰੀਆਂ ਚੀਜ਼ਾਂ ਸ਼ੇਅਰ ਕਰ ਲੈਣ, ਲੇਕਿਨ ਉਸ ਤੋਂ ਬਾਅਦ ਛੋਟੀ ਉਮਰ ਵਿੱਚ ਇੰਨੀਆਂ ਚਲਾਕੀਆਂ ਉਹਨਾਂ ਨੂੰ ਆਉਂਦੀਆਂ ਨਹੀਂ ਹਨ ਤੇ ਜਿਸ ਵਕਤ ਆਉਣਗੀਆਂ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਆਹਿਸਤਾ ਆਹਿਸਤਾ ਤੁਸੀਂ ਵੀ ਇਤਨੇ ਥੋੜੇ ਤੇਜ਼ ਤੋਂ ਹੋਈ ਤੇ ਥੋੜੇ ਹੋਰ ਤੇਜ਼ ਹੋ ਜਾਓ ਤੇ ਅੱਲਾ ਦਾ ਕਰਮ ਹੋ ਜਾਏਗਾ ਕਿ ਸਭ ਕੁਝ ਤੁਹਾਡੇ ਨਾਲ ਬਿਹਤਰ ਹੋਣਾ ਸ਼ੁਰੂ ਹੋ ਜਾਏਗਾ। ਤੁਹਾਡੇ ਬੱਚਿਆਂ ਨਾਲ ਭਲਾਈ ਹੈ। ਦੂਸਰੀ ਇੱਕ ਹੋਰ ਖਾਸ ਚੀਜ਼ ਹੈ ਕਿ ਤੁਸੀਂ ਦੂਸਰਿਆਂ ਦੇ ਬੱਚਿਆਂ ਵਾਸਤੇ ਭਲਾਈ ਸੋਚਦੇ ਤੇ ਤੁਹਾਡੇ ਵਾਸਤੇ ਅੱਲਾ ਦੀ ਜ਼ਾਤ ਖੁਦ ਜਿਹੜਾ ਨਾ ਉਹ ਆਸਾਨੀਆਂ ਪੈਦਾ ਕਰਦਾ ਜਾਏਗਾ। ਅੱਛਾ, ਇਹ ਗੱਲ ਹੈ ਜਿਹੜੀ ਸਾਦੀ ਜਿਹੀ ਗੱਲ ਹੈ, ਲੇਕਿਨ ਲੋਕਾਂ ਨੂੰ ਸਮਝ ਨਹੀਂ ਆਉਂਦੀ। ਜੈਸਾ ਕਰੋਗੇ ਵੈਸਾ ਭਰੋਗੇ। ਇਹ ਜਿਹੜਾ ਜਿਹਾ ਤੁਸੀਂ ਬੀਣੇ ਉਹੀ ਜਿਹਾ ਕੱਟ ਲੈਣਾ ਜੇ। ਇਹ ਬੀਜਣ ਔਰ ਕੱਟਣ ਦਾ ਜਿਹੜਾ ਫਲਸਫਾ ਹੈ, ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੇ ਉਹ ਪਤਾ ਕਿਸ ਚੱਕਰ 'ਚ ਪੈ ਜਾਂਦੇ ਨੇ। ਖਾਈ ਜਾਓ, ਲੁੱਟੀ ਜਾਓ, ਮਾਰੀ ਜਾਓ, ਕੋਈ ਇਨਸਾਨੀਅਤ ਨਹੀਂ, ਕੋਈ ਦਰਦਮੰਦੀ ਨਹੀਂ, ਬਸ ਚੀਰੋ ਪਾੜੋ ਔਰ ਇਹ ਖੋਤਿਆਂ ਦਾ ਗੋਸ਼ਤ ਵੀ ਲੱਭਿਆ ਜੇ। ਇਹ ਕੀ ਹੈ ਜੀ? हाँ जी, ये बहुत अफसोसनाक पहले भी चीज़ां आ चुकियां ने, लाहौर विच होईयां ने और यकीनन मुख्तलिफ और उन्हें इस्लामाबाद और पिंडी लिए भी इतना बेहतरीन इंतजाम कर दिता है और साड़ी इंतजामिया इतनी सुती है कि उन्होंने पता ही कोई नहीं है। खोते खाई जा रहे। बिल्कुल। और ਇਹ ਇੱਕ ਮਰਹਲਾ ਨਹੀਂ ਹੈ, ਬੇਸ਼ੁਮਾਰ ਮਰਹਲਿਆਂ ਵਿੱਚ ਗੁਜ਼ਰ ਕੇ ਤੇ ਤੁਸੀਂ ਜਿਹੜਾ ਨਾ ਉਸ ਤੋਂ ਬਾਅਦ ਤੁਸੀਂ ਦੱਸਦੇ ਹੋ ਕਿ ਫੌਰਨ ਤੁਸੀਂ ਜਿਹੜੀ ਹੈ ਉਹ ਫੂਡ ਅਥਾਰਟੀ ਆਏ ਦੀ ਕੰਮ, ਉਸ ਤੋਂ ਬਾਅਦ FBR ਆਏਦਾ, ਉਸ ਤੋਂ ਬਾਅਦ 에ਅਰਪੋਰਟ ਜੋ ਹੈ ਉਸ ਤੇ ਤੁਹਾਡੇ ਵਾਸਤੇ ਅਥਾਰਟੀ ਚਾਹੀਦੀ ਹੈ, ਉਸ ਤੋਂ ਬਾਅਦ ਐਕਸਪੋਰਟ ਅਥਾਰਟੀ ਜਿਹੜੀ ਹੈ ਉਹ ਸਾਈਨ ਕਰੇ ਦੀ। ਤੇ ਇਹ ਸਾਰੀਆਂ ਚੀਜ਼ਾਂ ਜਦੋਂ ਤੁਹਾਡੇ ਕੋਲੇ ਨਹੀਂ ਹੋਣੀਆਂ ਤੇ ਇਹਦਾ ਮਤਲਬ ਹੈ ਕਿ ਤੁਸੀਂ ਬਹੁਤ ਬੜਾ ਜਿਹੜਾ ਨਾ ਉਹ ਕਹਾਣੀਆਂ ਪਤਾ ਕਿ ਸੁਣਾਉਂਦੇ ਨੇ, ਕਹਾਣੀਆਂ ਸੁਣਾਉਂਦੇ ਨੇ ਚੀਨ ਵਾਲੇ ਲੋਕ ਸਨ। नहीं, ऐसा कुछ भी नहीं। ऐसा कुछ भी नहीं है कि कोई है जिस वक्त तुसी उन्हों को देखो ते पेपर नहीं है। और दूसरा एक इस जगह ते बहुत बड़ी बेहिसी जिहड़ी देखने विच आ रही है कि आस-पास लोग जिस तरह ही महसूस करन कि कोई गलत काम हो रहा है, फौरी तौर ते जिहड़ा ना वो इंतजामिया नाल राबता करन। लेकिन इंतजामिया विच भी शायद हुण वो इतनी शराफत नहीं रही और छोटी सारी चीज नूं भी मामूली नहीं समझते और इंतहाई वो गैर मामूली चीज हो जाती है। अच्छा, मैं भी देखा है जैसे तरनौल हो गया, बाराको हो गया, सुहान हो गया, खन्ना पुल हो गया, ये सारे इलाके ਜਿਹੜੇ ਥੋੜੇ ਜੇ ਜਿਹਨੂੰ ਕਹਿੰਦੇ ਨਾ ਹਾਈਵੇ ਤੋਂ ਥੋੜਾ ਹਟੇ ਇਲਾਕੇ ਨੇ, ਉਹ ਇੰਜ ਪਤਾ ਲੱਗਦਾ ਹੈ ਕਿ ਉੱਥੇ ਕੋਈ ਨਾ ਇਲਾਕਾ ਗੈਰ ਦੀ ਇੱਕ ਸੂਰਤ ਹੋ ਜਾਂਦੀ ਹੈ। ਪਾਣੀ ਵਿਕਦਾ ਹੈ, ਕੇਬਲਾਂ ਵਿਕਦੀਆਂ ਨੇ, ਯੂਨੀਅਨ ਨਹੀਂ ਬਣਨ ਦਿੰਦੇ ਬਾਜ਼ਾਰਾਂ ਦੀ, ਕਿਰਾਏ ਵੱਧਦੇ ਚਲੇ ਜਾਂਦੇ ਨੇ, ਅਸਮਾਨਾਂ ਤੇ ਟੁੱਟ ਜਾਂਦੇ ਨੇ। ਜਦੋਂ ਅਸੀਂ ਇੱਥੇ ਆਏ ਸਾਂ ਕੋਈ 10,000 ਸੀ ਤੇ ਹੁਣ ਉਹ 30,000 ਤੇ 40,000 ਤੇ 50,000 ਹੋ ਗਿਆ। ਇਹ ਸਾਰਾ ਮਾਮਲਾ ਜਿਹੜਾ ਇਹ ਫੂਡ ਅਥਾਰਟੀ ਦੀ ਤੁਸੀਂ ਗੱਲ ਕੀਤੀ ਹੈ, ਕਿਰਾਇਆ ਦਾ ਇੱਕ ਸਿਸਟਮ ਹੈ, ਅਦਾਲਤ ਹੈ, ਕਾਨੂੰਨ ਕਿਰਾਏਦਾਰੀ ਹੈ, ਇਹ ਸਾਰਾ ਕੁਝ ਕੋਈ ਪੁੱਛਣਾ। ਫਿਰ ਨਕਦ ਅਦਾਇਗੀਆਂ, ਨਕਦ ਅਦਾਇਗੀ ਜਦੋਂ ਮੁੱਕਣ ਨਹੀਂ ਲੱਗੀ ਉਸ ਵੇਲੇ ਤੱਕ ਕਰਪਸ਼ਨ ਮੁੱਕਣ ਨਹੀਂ ਲੱਗੀ।
ਔਰ ਦੂਸਰਾ ਇਹਦੇ ਵਿੱਚ ਇਹ ਕਰਪਸ਼ਨ ਤੇ ਉਸੇ ਵਜ੍ਹਾ ਨਾਲ ਹੋ ਜਾਂਦੀ ਹੈ ਨਾ ਕਿ ਕਿਉਂਕਿ ਅਸੀਂ ਆਪਣੀਆਂ ਜ਼ਰੂਰਤ ਤੋਂ ਜ਼ਿਆਦਾ ਵਧਾ ਲਈਆਂ ਨੇ। ਠੀਕ। ਤੇ ਅਗਰ ਅਸੀਂ ਆਪਣੀ ਚਾਦਰ ਵੇਖ ਕੇ ਪੈਰ ਫਲਾਉਂਦੇ ਤੇ ਅਕਲ ਹਾਲ ਦੀ ਰੋਜ਼ੀ ਆਪਣੀ ਔਲਾਦ ਨੂੰ ਖਵਾਉਂਦੇ ਤੇ ਯਕੀਨਨ ਜਿਹੜੀ ਹੈ ਨਾ ਉਹ ਹਰਾਮ ਰੋਟੀ ਸਾਡੀ ਔਲਾਦਾਂ ਦੇ ਪੇਟਾਂ ਵਿੱਚ ਨਹੀਂ ਜਾਣ ਲੱਗੀ ਤੇ ਉਹ ਹਰਾਮਜ਼ਾਦੀਆਂ ਨਹੀਂ ਕਰਨ ਲੱਗੇ। ਅੱਗੋਂ ਵੀ ਜਿਸ ਵਕਤ ਉਹ ਜਵਾਨ ਹੋਈ ਦੀ ਤੇ ਉਹਦੇ ਵਿੱਚ ਕੋਈ ਨਾ ਕੋਈ ਇਨਸਾਨੀਅਤ ਹੋਈ ਦੀ, ਬਗੈਰਤੀ ਨਹੀਂ ਆਉਣ ਲੱਗੀ। ਮਤਲਬ ਹੁਣ ਤੇ ਸਭ ਲੁਕਮਾ ਹਲਾਲ ਜਿਹਨੂੰ ਕਹਿੰਦੇ ਹਕੀਕਤ ਵਿੱਚ ਜਿਹੜਾ ਹੈ ਨਾ ਉਹ ਥੋੜੀ ਨੂੰ ਜ਼ਿਆਦਾ ਸਮਝੋ ਔਰ ਆਪਣੀਆਂ ਜ਼ਰੂਰਤਾਂ ਇਤਨੀਆਂ ਨਹੀਂ ਕਰੋ। ਔਰ ਦੂਸਰਾ ਆਪਣੀ ਔਲਾਦ ਨੂੰ ਇਸ ਦੌਰ ਵਿੱਚ ਸਮਝਾ ਦਿਓ ਕਿ ਬਈ ਇਹ ਹੀ ਸਾਡੇ ਕੋਲ ਹੈ ਔਰ ਇਤਨੇ ਵਿੱਚ ਹੀ ਰਹਿਣਾ ਔਰ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਕਰਨਾ। ਵੱਡੇ ਨਹੀਂ ਤੱਕਣੇ। ਔਰ ਦੂਸਰਾ ਜਿਹੜਾ ਅੱਲਾਹ ਤਾਲਾ ਨੇ ਮਿਆਨਾ ਰਵੀ ਦਾ ਰਸਤਾ ਕਿਹਾ ਹੈ ਕਿ ਅਪਣਾਓ, ਤੇ ਮਿਆਨਾ ਰਵੀ ਦਾ ਰਸਤਾ ਜਦੋਂ ਵੀ ਤੁਸੀਂ ਅਪਣਾਓਗੇ ਤੇ ਕਦੇ ਵੀ ਘਾਟੇ ਦਾ ਸੌਦਾ ਨਹੀਂ ਤੁਸੀਂ ਕਰਨ ਲੱਗੇ ਐਵੇਂ। ਹੱਕ ਹਲਾਲ ਦੀ ਜਦੋਂ ਵੀ ਇੱਕ ਲਾਈਨ ਹੈ ਬਾਰੀਕ ਸਾਰੀ, ਜਦੋਂ ਤੁਸੀਂ ਕ੍ਰਾਸ ਕਰੋਗੇ ਤੇ ਉਸ ਤੋਂ ਬਾਅਦ ਜਿਹੜੇ ਨਾ ਤੁਹਾਡੀ ਅਗਲੀ ਨਸਲ ਤੁਹਾਡੀ ਜਿਹੜੀ ਹੈ ਉਹ ਬਰਬਾਦ ਹੋਣੀ ਸ਼ੁਰੂ ਹੋ ਜਾਏਗੀ। ਨਸਲਾਂ ਬਰਬਾਦ ਕਰ ਦਿੰਦਾ ਹੈ ਜਿਹੜਾ ਲੁਕਮਾ ਹਰਾਮ ਹੈ ਤੇ ਨਸਲਾਂ ਸੰਵਾਰ ਦਿੰਦਾ ਹੈ ਲੁਕਮਾ ਹਲਾਲ। ਤੇ ਇਹ ਜਿਹੜਾ ਸੋਸ਼ਲ ਮੀਡੀਆ ਹੈ, ਜ਼ਾਹਿਰ ਹੈ ਤੁਸੀਂ ਸੋਸ਼ਲ ਮੀਡੀਆ ਐਕਟਿਵਿਸਟ ਦੇ ਤੌਰ ਤੇ ਤੁਸੀਂ ਮਾਰੂਫ ਹੋ, ਤੇ ਤੁਸੀਂ ਇਸ ਸਾਰੇ ਮਾਮਲੇ ਨੂੰ ਕੀ ਕਹਿੰਦੇ ਹੋ? ਅਸੀਂ ਛੋਟੀ ਫੁਟੇजेस ਬਣਾ ਕੇ, ਕੋਈ ਛੋਟੀ ਵੀਲਾਗ ਕਰਕੇ, ਥੋੜਾ ਲਿਖ ਕੇ ਅਸੀਂ ਨਿੱਕੀਆਂ ਗੱਲਾਂ ਇੱਕ ਐਸੇ ਅੰਦਾਜ਼ 'ਚ ਲੋਕਾਂ ਨੂੰ ਸਮਝਾਉਂਦੇ ਰਹੀਏ ਤਾਂ ਜੋ ਉਹਨਾਂ ਨੂੰ ਪਤਾ ਲੱਗਦਾ ਰਹੇ। ਕਹਾਣੀ ਦੇ ਅੰਦਾਜ਼ ਸਮਝਾਈਏ, ਕੋਈ ਪੋਇਮ ਦੇ ਅੰਦਾਜ਼ ਸਮਝਾਈਏ, ਕੋਈ 2 ਬੱਚੇ 4 ਬੈਠ ਕੇ ਅਸੀਂ ਗੁਫ਼ਤਗੂ, ਇੱਕ ਬਾਬਾ ਬਣ ਜਾਵੇ, ਇੱਕ ਬੱਚੀ ਹੋ ਜਾਵੇ, ਅਸੀਂ ਮਿਲ ਕੇ ਇਹ ਕੋਈ ਡਾਕੂਮੈਂਟਰੀਆਂ ਜਿਹਨੂੰ ਕਹਿੰਦੇ ਨੇ ਡਾਕੋ ਡਰਾਮਾ, ਇਹ ਤੁਹਾਡੇ ਜ਼ਿਹਨ 'ਚ ਕੋਈ ਆਈਡੀਆ ਹੈ ਜਾਂ ਕੀ ਕਹਿੰਦੇ ਹੋ ਤੁਸੀਂ, ਕਿਸ ਤਰ੍ਹਾਂ ਹੋਣਾ ਚਾਹੀਦਾ? ਬਿਲਕੁਲ ਇਸ ਤਰ੍ਹਾਂ ਹੋਣਾ ਚਾਹੀਦਾ ਔਰ ਬੜਾ ਅੱਛਾ ਹੈ ਕਿਉਂਕਿ ਦੂਸਰੇ ਮੁਲਕਾਂ ਦੇ ਜਦੋਂ ਅਸੀਂ ਮਿਸਾਲ ਦੇਨੇ ਆ ਤੇ ਉੱਥੇ ਹੀ ਇਨਸਾਫ ਦੀ ਹੈ। ਠੀਕ। ਉੱਥੇ ਇੱਕ ਲਾਈਨ ਉਹਨਾਂ ਦੀ ਵੀ ਇਸ ਚੀਜ਼ ਦੀ ਆ ਜਾਂਦੀ ਹੈ ਕਿ ਤੁਸੀਂ ਜਿਹੜੀ ਹੈ ਨਾ ਹਲਾਲ ਹਰਾਮ, ਅੱਛਾ ਇੱਕ ਰੈੱਡ ਲਾਈਨ ਹੈ ਉਹ ਕ੍ਰਾਸ ਨਹੀਂ ਕਰਨੀ, ਰੈੱਡ ਲਾਈਨ ਕ੍ਰਾਸ ਨਹੀਂ ਕਰਨੀ। ਠੀਕ। ਲੇਕਿਨ ਸਾਡੇ ਮੁਲਕ ਵਿੱਚ ਹਰ ਜਿਹੜੀ ਹੈ ਨਾ ਰੈੱਡ ਲਾਈਨ ਕ੍ਰਾਸ ਹੁੰਦੀ ਰਹੀ ਹੈ ਤੇ ਹੁੰਦੀ ਰਹਿਣੀ ਹੈ ਜਿਹੜੀ ਸੂਰਤ ਹਾਲ ਹੈ। ਔਰ ਇਹ ਬੜੀ ਬੇਇੱਜ਼ਤੀ ਹੈ ਕਿ ਮਤਲਬ ਹੈ ਕਿ ਹਰ ਬੰਦਾ ਹੀ ਦਾ ਜ਼ਿੰਮੇਦਾਰ ਹੈ ਹੁਣ ਦੇ ਜ਼ਮਾਨੇ ਵਿੱਚ। ਅੱਛਾ, ਤੇ ਜਿਹੜੇ ਕਾਨੂੰਨ ਸਾਜ਼ ਨੇ, ਜਿਹੜੇ ਕਾਨੂੰਨ ਬਣਾਉਣ ਵਾਲੇ ਨੇ ਲੋਕ, ਮਤਲਬ ਮਰਕਜ਼ ਚਲੇ ਜਾਓ, ਸੂਬਿਆਂ ਚਲੇ ਜਾਓ, ਉਹ ਸਾਰੇ ਲੋਕ ਜਾਂ ਜਿਹੜੇ ਜ਼ਿੰਮੇਦਾਰ ਹਨ ਨਜ਼ਰਿਆਤੀ ਸਰਹੱਦਾਂ ਦੇ ਤੇ ਉਂਝ ਦੀਆਂ ਸਰਹੱਦਾਂ ਦੇ ਜਿਹੜੇ ਜ਼ਿੰਮੇਦਾਰ ਹਨ, ਉਹ ਤੱਕਦੇ ਨਹੀਂ ਇਹ ਕੀ ਕਰਨ ਲੱਗੇ ਨੇ ਬੰਦੇ? ਦੇਖੋ ਉਹਨਾਂ ਦੀਆਂ ਅੱਖਾਂ ਸਾਡੇ ਤੋਂ ਜ਼ਿਆਦਾ ਖੁੱਲੀਆਂ ਨੇ, ਲੇਕਿਨ ਜਦੋਂ ਇਨਸਾਨ ਕੰਪਰੋਮਾਈਜ਼ ਹੋ ਜਾਂਦਾ ਹੈ ਯਾਨੀ ਕਿ ਸਮਝੌਤਾ ਕਰ ਲੈਂਦਾ ਹੈ ਗਲਤ ਗੱਲਾਂ ਨਾਲ, ਗਲਤ ਮੁਖਾਲਫਤ, ਆਪਣੀ ਮੁਖਾਲਫਤ ਕਰੋ, ਲੇਕਿਨ ਮਤਲਬ ਹੈ ਕਿ ਇਹਨਾਂ ਚੀਜ਼ਾਂ ਵਿੱਚ ਤੇ ਉਹ ਨਾ ਲੈ ਕੇ ਆਓ ਕਿ ਕਮ ਅਜ਼ ਕਮ ਤੁਸੀਂ ਆਪਣੇ ਮੁਲਕ ਦੇ ਨਾਲ ਸਿੰਸੀਅਰ ਹੋ ਜਾਓ, ਆਪਣੇ ਆਪ ਨਾਲ ਸਿੰਸੀਅਰ ਹੋ ਜਾਓ, ਆਪਣੀ ਨਸਲ ਨਾਲ ਸਿੰਸੀਅਰ ਹੋ ਜਾਓ, ਤੇ ਉਸ ਤੋਂ ਬਾਅਦ ਜਿਹੜਾ ਨਾ ਤੁਹਾਡੀਆਂ ਆਸਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਔਰ ਇਹ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ, ਵਾਲਦੈਨ ਹੋ ਜੋ ਤੁਹਾਡੇ ਆਪਣੇ ਬੱਚਿਆਂ ਵਾਸਤੇ। ਜਿਸ ਵਕਤ ਤੁਸੀਂ ਆਪਣੇ ਖਾਨਦਾਨ ਦੇ ਸਰਬਰਾਹ ਹੋ, ਬਹੁਤ ਬੜੇ ਖਾਨਦਾਨ ਦੇ ਸਰਬਰਾਹ ਹੋ, ਉਸ ਵਕਤ ਤੁਹਾਡੀ ਜ਼ਿੰਮੇਵਾਰੀ ਹੈ। ਪਹਿਲੇ ਜ਼ਮਾਨੇ ਵਿੱਚ ਹੁੰਦਾ ਸੀ ਕਿ ਸਾਰੇ ਦੂਸਰੇ ਬੜੇ ਕਹਿੰਦੇ ਹੁੰਦੇ ਸੀ ਤੇ ਮਾਂ-ਬਾਪ ਜਿਹੜੇ ਨੇ ਮਨਾ ਨਹੀਂ ਕਰਦੇ ਹੁੰਦੇ, ਠੀਕ ਹੈ ਸਾਡਾ ਬੱਚਾ ਇੱਕ ਤਰਤੀਬ ਨਾਲ ਜਾਏਗਾ ਔਰ ਵੱਡਾ ਕਹਿ ਰਹੇ ਨੇ ਤਾਂ ਇਨਸ਼ਾਅੱਲਾ ਉਹ ਬਿਹਤਰੀ ਆਏਗੀ। ਲੇਕਿਨ ਹੁਣ ਮਾਂ-ਬਾਪ ਦੇ ਅੰਦਰ ਵੀ ਇਹ ਚੀਜ਼ ਆ ਗਈ ਹੈ, ਸਾਡੇ ਬੱਚੇ ਨੂੰ ਕੋਈ ਨਾ ਕਵੇ, ਉੱਚਾ ਨਾ ਬੋਲੇ, ਉਹਦੀ ਇਨਸਲਟ ਹੁੰਦੀ ਹੈ। ਬਾਈ ਜੀ ਇਨਸਲਟ ਕੌਣ ਕਿਹੜੀ ਸਾਰੀ ਹੁੰਦੀ ਹੈ ਤੇ ਕਿੰਨੀ ਹੁੰਦੀ ਹੈ, ਲੇਕਿਨ ਇਹ ਚੀਜ਼ਾਂ ਵਿੱਚ ਨਵਾਂ ਲੁੱਚ ਚੱਲਿਆ ਜੇ ਕੁੜੀਆਂ ਨੇ, उसकी जो है इज्जत नफ्स मजरू होती है और वो इंसल्ट हो जाती है, आप बच्चों के सामने उससे बात ना किया करे, एक ही नवी कहानी है जी। ਜੀ ਇਹ ਬਿਲਕੁਲ ਮੈਂ ਤਾਂ ਇਸ ਨੂੰ ਮਤਲਬ ਹੈ ਕਿ ਨਹੀਂ ਸਮਝਦੀ ਹੈ ਕਿ ਪਿਆਰ ਹੈ ਤੇ ਮਾਰ ਨਹੀਂ, ਲੇਕਿਨ ਹੈ ਕਿ ਇਹਦੇ ਨਾਲ ਥੋੜੇ ਸਾਰੇ ਬੱਚੇ ਪਹਿਲੇ ਸੁਧਰੇ ਵੀ ਸੀ, ਉਹਨਾਂ ਨੂੰ ਡਰ ਹੁੰਦਾ ਸੀ ਪਹਿਲੇ ਕਿਉਂਕਿ ਖੁੰਡਾ ਹੁੰਦਾ ਸੀ ਤੇ ਬਾਬਾ ਹੁੰਦਾ ਸੀ ਤੇ ਸਾਰਿਆਂ ਨੂੰ ਡਰ ਹੁੰਦਾ ਸੀ, ਤੇ ਹੁਣ ਜਿਹੜੀ ਹੈ ਨਾ ਉਹ ਸਾਰਾ ਸ਼ਰਮ ਲੱਜ ਉਹ ਸਾਰੀ ਜਿਹੜੀ ਹੈ ਨਾ ਉਹ ਖਤਮ ਹੋ ਗਈ ਹੈ, ਇਤਰਾਮ ਜਿਹਨੂੰ ਕਹਿੰਦੇ ਨੇ ਮੁੱਕ ਗਿਆ ਜੀ। ਬਿਲਕੁਲ। ਔਰ ਮਾਸ਼ਰੇ ਵਿੱਚ ਇੱਕ ਮਾਸ਼ਰਤੀ ਜਿਹੜੀ ਜ਼ਰੂਰਤ ਹੁੰਦੀ ਸੀ ਉਹਦੇ ਤਹਿਤ ਮਾਸ਼ਰੇ ਨੂੰ ਸਹੀ ਕਰਨ ਵਾਸਤੇ, ਉਹ ਜ਼ਰੂਰਤ ਜਿਹੜੀ ਹੈ ਨਾ ਹੁਣ ਪਹਿਲੇ ਤੋਂ ਵੀ ਜ਼ਿਆਦਾ ਹੈ। ਇਸ ਵਾਸਤੇ ਲੋਕਾਂ ਨੂੰ ਇਸ ਮਾਮਲੇ ਵਿੱਚ ਜ਼ਿਆਦਾ ਮਤਲਬ ਮੈਂ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ, ਇਹ ਜਿਹੜਾ ਮੀਡੀਆ ਹੈ ਇਹ ਆਪਣਾ ਅਸਰ ਛੋੜਦਾ ਹੈ। ਮੀਡੀਆ ਤੇ ਅਸੀਂ ਜਿਹੜੇ ਟਾਕ ਸ਼ੋ 8 ਵਜੇ ਸ਼ੁਰੂ ਕਰਨੇ ਆ ਤੇ ਪਤਾ ਲੱਗਦਾ ਕੁੱਕੜ ਲੜਨ ਲੱਗੇ ਨੇ ਆਪਸ, ਔਰ ਬਾਕਾਇਦਾ ਪਲਾਨਿੰਗ ਕਰਕੇ ਅਸੀਂ ਇੱਕ ਕੁੱਕੜ ਉਧਰੋਂ ਛੋੜ ਦੇਣੇ ਆ, ਇੱਕ ਇਧਰੋਂ ਛੋੜ ਦੇਣੇ ਆ, ਔਰ ਬਟੇਰੇ ਔਰ ਕੁੱਕੜ ਲੜਾਨੇ ਆ, ਔਰ ਉਹ ਜਿਹੜਾ ਲੜਾਈ ਉਹ ਧੀਂਗਾ ਪੁਸ਼ਤੀ ਹੈ ਉਹ ਸਾਡੇ ਸਮਾਜ ਤੇ ਅਸਰਅੰਦਾਜ਼ ਹੁੰਦੀ ਹੈ। ਅੱਛਾ, ਤੁਸੀਂ ਬੜੀ ਅੱਛੀ ਗੱਲ ਕੀਤੀ ਹੈ। ਮੈਂ ਪਹਿਲੇ ਇਸ ਬਾਤ ਤੇ ਵਾਕਈ ਬਾਤ ਕਰਨਾ ਚਾਹੁੰਦੀ ਸੀ ਕਿ ਜਿਹੜੇ ਤੁਸੀਂ 8 ਵਜੇ ਤੋਂ ਲੈ ਕੇ 8, 9 ਤੇ 10 ਵਜੇ ਦਾ ਟਾਈਮ ਹੈ ਨਾ, ਜਿਹੜਾ ਤੁਸੀਂ ਸਿਆਸੀ ਤੌਰ ਤੇ ਪੀਕ ਆਵਰਸ ਨੇ,
ਇਹ ਸਪੀਕ ਆਵਰਸ ਨੂੰ ਤੁਸੀਂ ਸੋਸ਼ਲ ਇਸ਼ੂਜ਼ ਵਾਸਤੇ ਛੱਡ ਦਿਓ ਨਾ, ਤੁਸੀਂ ਸਿਆਸਤ ਬਾਅਦ ਵਿੱਚ ਕਰ ਲਓ। ਵੇਚੀ ਜਾ ਰਹੇ ਕੁੱਕੜ ਵੇਚੀ ਜਾ ਰਹੇ। ਕਾਨੂੰਨ ਹੈ ਇੱਕ ਕਾਲਾ ਧੰਦਾ ਹੈ, ਲੇਕਿਨ ਸਾਡੇ ਮੁਲਕ ਵਿੱਚ ਇਹ ਬਹੁਤ ਹੀ ਗੰਦਾ ਧੰਦਾ ਜਿਹੜਾ ਨਾ ਹੋਣਾ ਸ਼ੁਰੂ ਹੋ ਗਿਆ। ਤੇ ਇਸ ਵਜ੍ਹਾ ਨਾਲ ਮੈਂ ਤੇ ਸਮਝਨੀ ਆ ਕਿ ਅਗਰ ਉਹ ਘੰਟੇ ਜਿਹੜੇ ਨੂੰ ਕਿਸੇ ਹੋਰ ਕੰਮ ਨੂੰ ਲਾ ਦਿੱਤੇ ਜਾਣ, ਬਿਲਕੁਲ ਲਾਣੇ ਚਾਹੀਦੇ ਨੇ। ਦੇਖੋ ਜਿਸ ਵਕਤ ਸਾਰੇ ਘੰਟਾ ਤੁਸੀਂ ਕਰ ਲਓ, ਜ਼ਿਆਦਾ ਤੋਂ ਜ਼ਿਆਦਾ 8 ਤੋਂ 9 ਕਰ ਲਓ, ਬਾਕੀ ਘੰਟੇ ਤੁਸੀਂ ਜਿਹੜੇ ਨੇ ਬੱਚਿਆਂ ਵਾਸਤੇ, ਖਵਾਤੀਨ ਵਾਸਤੇ, ਕੋਈ ਇਸ ਤਰ੍ਹਾਂ ਦੇ। ਨਹੀਂ ਜੀ, ਉਹਨਾਂ ਵਾਸਤੇ ਨਾ ਉਹਨਾਂ ਦੀ ਭਲਾਈ ਵਾਸਤੇ ਕੋਈ ਐਸਾ ਕੰਮ ਹੁੰਦਾ, ਕਾਨੂੰਨ ਬਣ ਜਾਂਦੇ ਨੇ। ਤੁਸੀਂ ਪਹਿਲੇ ਵੀ ਜ਼ਿਕਰ ਕਰ ਰਹੇ ਹੋ, ਲੇਕਿਨ ਉਹਨਾਂ ਕਾਨੂੰਨਾਂ ਬੇਸ਼ੁਮਾਰ ਕਾਨੂੰਨ ਬਣੇ ਨੇ, ਅਮਲ ਦਰਾਮਦੀ ਕੋਈ ਕਾਨੂੰਨਾਂ ਤੇ ਅਮਲ ਦਰਾਮਦੀ ਨਹੀਂ ਹੈ। ਜਦੋਂ ਅਮਲ ਦਰਾਮਦ ਨਹੀਂ ਹੈ ਤੇ 10 ਹੋਰ ਕਾਨੂੰਨ ਬਣਾ ਲਓ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਲਾਈ ਜਾਓ ਕਾਨੂੰਨਾਂ ਦਾ ਕੀ ਫਾਇਦਾ, ਕੋਈ ਫਰਕ ਨਹੀਂ ਪੈਂਦਾ। ਔਰ ਇਹ ਅਲਮੀਆ ਹੈ ਸਾਡੇ ਇਸਲਾਮੀ ਮੁਲਕ ਦਾ ਔਰ ਇਸਲਾਮੀ ਜਮਹੂਰੀਆ ਪਾਕਿਸਤਾਨ, ਲੇਕਿਨ ਮੁਸਲਮਾਨਾਂ ਦਾ ਵੀ ਅਸੀਂ ਖਿਲਾਉਂਦੇ ਤੇ ਉਹੀ ਆ। ਇਸ ਵਾਸਤੇ ਨਾ ਹਲਾਲ ਹਰਾਮ ਦੀ ਸਾਨੂੰ ਤਮੀਜ਼ ਰਹਿ ਗਈ ਹੈ। ਔਰ ਜਿਸ ਵਕਤ ਤੁਸੀਂ ਗਧੇ ਖਿਲਾ ਰਹੇ ਹੋ ਤੇ ਫਿਰ ਤੁਹਾਡੀ ਨਸਲਾਂ ਵੀ ਤੇ ਉਹਦੇ ਵਿੱਚ ਗਧੇ ਪੈਦਾ ਹੋਣਗੇ ਨਾ, ਜਿਹੜੀ ਹੈ ਨਾ ਉਹਨਾਂ ਦੀ ਅਕਲ ਗਧਿਆਂ ਜਿਹੀ ਹੀ ਮਾਰਨਗੇ, ਉਹ ਫਿਰ ਅੱਗੂ ਅਕਲ ਇਸੇ ਤਰ੍ਹਾਂ ਦੀ ਹੋਈਦੀ। ਫਿਰ ਤੁਸੀਂ ਕਹੋਗੇ ਕਿ ਤੁਹਾਡੀ ਨਸਲ ਖਰਾਬ ਹੋ ਗਈ ਹੈ। ਬਈ ਤੁਹਾਡੀ ਨਸਲ ਨੇ ਖਰਾਬ ਇਸੇ ਵਾਸਤੇ ਹੋ ਰਹੀ ਹੈ ਕਿ ਤੁਸੀਂ ਸਹੀ ਕੰਮ ਨਹੀਂ ਕਰ ਰਹੇ, ਹਰਾਮ ਹਲਾਲ ਜਾਂਦਾ ਰਿਹਾ। ਬਿਲਕੁਲ ਉਹਦੀ ਇੱਕ ਲੈਂਡ ਸੀ, ਉਹ ਤੁਸੀਂ ਅੱਗੇ ਬਸ ਟੱਪ ਗਏ ਹੋ ਤੇ ਉਸ ਤੋਂ ਬਾਅਦ ਕੋਈ ਮਸਲਾ ਨਹੀਂ ਰਿਹਾ। ਜ਼ਾਹਿਰ ਹੈ ਉਹਦਾ ਤੁਹਾਡਾ ਜੀਨ ਸਾਰਾ ਖਰਾਬ ਹੋ ਜਾਏਗਾ, ਤੁਹਾਡੀ ਆਪਣੀ ਲਾਈਫ ਜਿਹੜੀ ਖਰਾਬ ਹੋ ਜਾਏਗੀ, ਤੁਹਾਡਾ ਵੇ ਆਫ ਥਿੰਕਿੰਗ ਜਿਹੜਾ ਉਹ ਜਾਂਦਾ ਰਹੇਗਾ ਔਰ ਤੁਸੀਂ ਹੋਰ ਤਰ੍ਹਾਂ ਸੋਚਣ ਲੱਗ ਪਓਗੇ। ਫਿਰ ਜ਼ਾਹਿਰ ਹੈ ਤੁਸੀਂ ਦੁਲੱਤੀਆਂ ਹੀ ਮਾਰਨੀਆਂ ਤੇ ਦੁਲੱਤੀਆਂ ਜਿਹੜੀਆਂ ਵੱਜਦੀਆਂ ਸਾਨੂੰ ਨਜ਼ਰ ਆਉਂਦੀਆਂ ਵੀ ਹਰ ਪਾਸੇ। ਤੇ ਇਹ ਜਿਹੜਾ ਸ਼ੁਭ ਹੈ, ਇਹ ਜਿਹੜਾ ਇਲਮੋ ਅਦਬ ਦਾ, ਤਹਿਜ਼ੀਬ ਸਕਾਫਤ ਦਾ, ਉਹ ਸਾਰਾ ਵੀ ਖਤਮ ਕਰ ਦਿੱਤੇ ਅਸਾਂ। ਹੁਣ ਅਸੀਂ ਦੇਖਨੇ ਆ ਕਿ ਸਿਆਸਤ ਕਰਨੀ ਹੋਵੇ, ਸਹਾਫਤ ਕਰਨੀ ਹੋਵੇ, ਸਕਾਫਤ ਕਰਨੀ ਹੋਵੇ ਤੇ ਤੁਹਾਨੂੰ ਪੁੱਛਣਾ ਪੈਂਦਾ ਹੈ। ਤੇ ਇਹ ਪੁੱਛਣ ਵਾਲਾ ਜਿਹੜਾ ਕੰਮ ਹੈ वो आदन जी हमारी शख्सी आज़ादी सल्ब हो गई है, हमारी जो बुनियादी इंसानी हकूक़ है वो सारे सल्ब हो गए हैं और ये हम आलमी तौर पे लिंक नहीं रहे तो हमें एक आइसोलेशन में ले गए हैं। ये कोई गल है या एवं यकड़ी मार देन पे? नहीं है, बस गल्लां ही बणियां ने बहुत सारियां ते इहदे ते पूरी तरह असी यकीन रखने आ कि इस तरह नहीं होना चाहिदा, क्योंकि जदों तुसी हर चीज नू इतना कर दिता कि वो चाहिदा, पहले तुसी अपना घर ते सीधा कर लो ते फिर उस तो बाद है घर दी तुहाडी इट जिहड़ी है ना सीधी होईदी ते तुहाडी इमारत जिहड़ी है ना अपने आप ही सीधी हो जाएगी। ते तुसी पहला इथों बुनियादी तौर ते जिहड़ियां ने चीज़ां नू सही करना शुरू करो, कानून बनाए ते उन्हां ते अमल कराओ और खुद अगर किसी नू कोई सज़ावां दे रहे हो, कुछ काम कर रहे हो और कम अज कम चाहे वो कत्ल है, चाहे वो ज़्यादती है, चाहे किसी किस्म दा भी कोई मसला है, तुसी पहले उस कसम दे लो कि तुसी खुद भी तो उहदे विच इन्वॉल्व नहीं हो कि जिंदगी विच तुसी क्या खुद वो जुर्म कीता है कि जिहदी सज़ा पहला पत्थर ओ मारे जेड़ा साफ सुथरा होवे ते उस तो बाद तुसी फिर अपनी बाकी भी जेड़े ने ना हर तरह इंतजामिया साडी है, साडा माशरा है, पूरे दा पूरा अगर ऐसा कुछ होंदा ते उहदे मतलब मुंह ते चंगी पली चपेड़ है कि मतलब तुसी दूसरिਆਂ ਦੇ ਬਲ ਕਰਦੇ ਹੋ ਪਏ लेकिन अपना तुसी घर संवारिया ही नहीं है। अच्छा, अपनी मंजी थल्ले डांग नहीं फेरी वे उत्थे ला की है बिल्कुल। और ਤੁਹਾਡੀ ਅੱਖ ਵਿੱਚ मतलब है कि दूसरिਆਂ ਦੇ ਵਿੱਚ ਜਿਹੜੀ ਹੈ ਨਾ एहसास ही नहीं है, बेहिसी है और ये हमेशा ਜਿਹੜੀਆਂ ਨੇ ਉਹ ਜ਼ਵਾਲ ਪਜ਼ੀਰ ਹੁੰਦੀਆਂ ਨੇ ਉਹ ਮਾਸ਼ਰੇ ਉਹ ਮੁਲਕ ਉਹ ਕੋਮਾ और देख लो ਅਸੀਂ ਜ਼ਵਾਲ ਦੀ ਤਰਫ ਬੜੀ ਤੇਜ਼ੀ ਦੀ ਤਰਫ बढ़ ਰਹੇ ਹਾਂ। ਨਾ ਡਰਾਓ ਸਾਨੂੰ ਜੀ, ਹੋਰ ਗੱਲ ਕਰਨੀ ਹੈ ਥੋੜੀ ਜੀ। ਇਹ ਜਿਹੜਾ ਸਾਡਾ ਨਿਸਾਬੇ ਤਾਲੀਮ ਹੈ, ਜ਼ਾਹਿਰ ਹੈ ਪੜ੍ਹਾਉਂਦੇ ਵੀ ਰਹੇ ਹੋ ਤੁਸੀਂ ਔਰ ਹੁਣ ਦਰਦਮੰਦੀ ਜਿਹੜੀ ਹੈ ਇੱਕ ਵੈਲਫੇਅਰ ਜੋ ਆਰਗੇਨਾਈਜੇਸ਼ਨ ਉਹਦੇ ਨਾਲ ਵੀ ਅਟੈਚ ਹੋ, ਮੈਂ ਚਾਹੁੰਦਾ ਥੋੜਾ ਜਿਹਾ ਵੈਲਫੇਅਰ ਆਰਗੇਨਾਈਜੇਸ਼ਨ ਦੀ ਵੀ ਗੱਲ ਕਰ ਲਓ ਤੇ ਨਿਸਾਬ ਕਿਸ ਤਰ੍ਹਾਂ ਤਬਦੀਲ ਕਰੀਏ ਤੇ ਕੀ ਕਰੀਏ। देखो नसाब सी हमेशा जिहड़ा हुंदा ना, अलीगढ़ यूनिवर्सिटी जदों बनी एक जमाने विच ते उस वक्त उथों ही तहरीक उठी सी कि तुसी अपना मतलब मुल्क अलहदा पढ़ो लिखो, ठीक है, पढ़ो लिखो और अपना मुल्क अलहदा करो। उस तो बाद जदों बांग्लादेश विच इंतशार फैला गया 1971 विच ते उस वक्त भी उन्हां दे एजुकेशन सिस्टम ने जिहड़ा ना काम कीता सी और उन्हां ने ये कीता सी कि उस तो बाद किनू किदे नाल अलहदा करना है, किदे नाल जोड़ना है और किदी रहनी है और उस तो बाद है ते निज़ामे तालीम हमेशा जेड़ा ना वो बहुत बड़ा किरदार अदा करता है, जोड़ भी देंदा ते तोड़ भी देंदा है। साहबे इक्तदार लोकां नू मेरी रिक्वेस्ट है हाथ जोड़ के कि तुसी जेड़ा ना थोड़ा सारा इस तरफ एहसास करो कि तुसी इस्लामियात दी इन्नी सारी किताब बना के और उन्हों सिर्फ हफ्ते विच एक ते 2 दफा जेड़ी है ना वो 30 मिनटां दी या 25 मिनट दी तुसी जेड़ी है ना पीरियड रखे है, लेकिन इस्लाम ते मुकम्मल ज़ाब्ता हयात है ते तुसी मतलब उन्हों
ਕਿਸ ਤਰ੍ਹਾਂ ਕੀਤਾ ਹੈ ਔਰ ਤੁਸੀਂ ਜਦੋਂ ਕੁਰਾਨ ਨਾਲ ਗਿਆ ਉਹਦੇ ਅਲਫਾਜ਼ ਨਾਲ ਗਿਆ ਉਹਨਾਂ ਦੇ ਲੋਕਾਂ ਨਾਲ ਇਹ ਜ਼ਿਆਦਤੀ ਕਰੋ ਤੇ ਫਿਰ ਅੱਲਾ ਦਾ ਹੁਕਮ ਫਿਰ ਇਸੇ ਤਰ੍ਹਾਂ ਕਿ ਤੁਹਾਡੇ ਤੇ ਅਜ਼ਾਬ ਔਰ ਬਰਬਾਦੀਆਂ ਆਉਂਦੀਆਂ ਰਵਣਦੀਆਂ ਲੇਕਿਨ ਫਿਰ ਵੀ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜਾ ਨਾ ਕੁਰਾਨ ਹਦੀਸ ਦੀ ਤਰਫ ਆਓ। ਔਰ ਸੋਸ਼ਲ ਵੈਲਫੇਅਰ ਜ਼ਰਾ ਦੱਸਣਾ ਔਰ ਅੱਜ ਕੱਲ ਤੁਸੀਂ ਜ਼ਰਾ ਬੜਾ ਸਵਾਬ ਖੱਟ ਰਹੇ ਹੋ। हाँ जी, सारा वेलफेयर सोसाइटी है रहीम यार हाँ तो तलक रखदी है और ਅਸੀਂ ਸਿਰਫ ਗੱਲਾਂ ਨਹੀਂ ਕਰਦੇ ਹਾਂ ਵੀ ਅਸੀਂ ਪ੍ਰੈਕਟੀਕਲੀ ਅਮਲੀ ਕੰਮ ਕਰ ਰਹੇ ਹਾਂ ਕਿ ਅਗਰ ਕਿਸੇ ਬੱਚਿਆਂ ਨੂੰ ਥੋੜੀ ਸਰੀ ਵੀ ਤਾਲੀਮ ਹੈ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਨਹੀਂ ਕਰ ਸਕਦੇ, ਅਫੋਰਡ ਨਹੀਂ ਕਰ ਸਕਦੇ ਤੇ ਅਸੀਂ ਉਹਨਾਂ ਨੂੰ ਟੈਕਨੀਕਲ ਐਜੂਕੇਸ਼ਨ ਦੇ ਰਹੇ ਹਾਂ, ਉਹਨਾਂ ਨੂੰ ਸਾਥ ਉਹ ਕਿਟ ਵੀ ਦੇ ਰਹੇ ਹਾਂ ਉਹਨਾਂ ਨੂੰ ਬੱਚਿਆਂ ਨੂੰ ਦੋਨਾਂ ਨੂੰ ਔਰ ਸਾਥ ਉਹਨਾਂ ਨੂੰ ਵਜ਼ੀਫਾ ਦੇਈਦਾ ਔਰ ਉਸ ਤੋਂ ਇਲਾਵਾ ਬਹੁਤ ਬੜਾ ਇੱਕ ਸੈਟਅਪ ਇੱਥੇ ਬਣਾਉਣੇ ਦਾ ਇਰਾਦਾ ਹੈ ਕਿ ਬਹੁਤ ਸਾਰੇ ਸਾਹਿਬੇ ਇਸਤਦਾਦ ਲੋਕਾਂ ਨੂੰ ਬੜੇ ਵੈਲਫੇਅਰ ਕਰਨ ਵਾਲੇ ਲੋਕ ਮੌਜੂਦ ਹਨ, ਚੈਰਿਟੀ ਕਰਨ ਵਾਲੇ ਜੀ ਰਿਕੁਐਸਟ ਹੈ ਉਹਨਾਂ ਲੋਕਾਂ ਨੂੰ ਕਿ ਅਸੀਂ ਵੀ ਇਸਲਾਮਾਬਾਦ ਵਿੱਚ ਪਿੰਡੀ ਚ ਇਧਰ ਇੱਕ ਅਦਾਰਾ ਬਣਾਉਣਾ ਚਾਹੁੰਦੇ ਹਾਂ ਕਿ ਖਵਾਤੀਨ ਨਾ ਹੋਮਲੈਸ ਜਿਹੜੀਆਂ ਵਿਚਾਰੀਆਂ ਨੇ ਮਤਲਬ ਹੈ ਕਿ ਔਰ ਖਾਸ ਤੌਰ ਤੇ ਜਿਹੜੀਆਂ ਸਿਰਫ ਅਕੇਲੀਆਂ ਖਵਾਤੀਨ ਨੇ ਇਹ ਬੜਾ ਮਸਲਾ ਉਹਨਾਂ ਵਾਸਤੇ, ਬਹੁਤ ਬੜਾ ਮਸਲਾ ਉਹਨਾਂ ਵਾਸਤੇ ਤੇ ਕਮ ਸੇ ਕਮ ਉਹਨਾਂ ਨੂੰ ਉੱਥੇ ਤਹਫਜ਼ ਵੀ ਮਿਲੇ ਔਰ ਨਾਲ ਉਹ ਕੰਮ ਵੀ ਕਰਨ ਔਰ ਉਸ ਤੋਂ ਬਾਅਦ ਜਿਹੜੀ ਸਮਾਲ ਇੰਡਸਟਰੀ ਹੁੰਦੀ ਹੈ ਉਹ ਮਤਲਬ ਹੈ ਕਿ ਸਾਡਾ ਚਲਾਣੇ ਦਾ ਕਿ ਤਾਂ ਕਿ ਉੱਥੋਂ ਹੀ ਉਹਨਾਂ ਦੀ ਨਾਲ ਨਫਕਾ ਪੂਰਾ ਹੁੰਦਾ ਰਹੇ ਉਹ ਰਹਿੰਦੇ ਰਹਿਣ ਔਰ ਉਹਨਾਂ ਨੂੰ ਇੱਕ ਕਾਰਜਿਆ ਮਾਹੌਲ ਮਿਲਦਾ ਰਹੇ। ਵਾਹ ਵਾਹ, ਇਹ ਬੜਾ ਕੰਮ ਹੈ ਵੈਸੇ। ਔਰ ਕਿਆ ਹਕੂਮਤ ਜਿਹੜੀ ਹੈ ਪੰਜਾਬ ਵਾਲੇ ਹੋਵਣ ਜਾਂ ਮਰਕਜ਼ ਵਾਲੇ ਹੋਵਣ, ਉਹ ਜ਼ਾਹਿਰ ਹੈ ਸਮਾਲ ਇੰਡਸਟਰੀ ਸਟੇਟ ਹੁੰਦੀ ਹੈ, ਤਾਂ ਕਿਆ ਇਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਐਸੇ ਯੂਨਿਟ ਬਣਾ ਦਿੱਤੇ ਜਾਣ ਜਿਹੜੇ ਹੋਮਲੈਸ ਲੋਕ ਹਨ, ਜਿਹੜੇ ਮਸਕੀਨ ਲੋਕ ਹਨ ਜਾਂ ਜਿਹੜੇ ਅਫੋਰਡ ਨਹੀਂ ਕਰਦੇ ਬੱਚੀਆਂ ਔਰ ਬੱਚੇ, ਉਹ ਸਿੱਖ ਸਿਖਾ ਕੇ ਤੇ ਉਹਨਾਂ ਨੂੰ ਫਿਰ ਅੱਗੇ ਵੇਚਣ ਦਾ ਬੰਦੋਬਸਤ ਵੀ ਹੋਵੇ? ਜੀ ਇਸ ਨਾਲ ਉਹ ਗਾਰਮੈਂਟਸ ਦਾ ਕੰਮ ਹੈ ਔਰ ਬੜੇ ਕੰਮ ਹਨ ਜੀ ਬਿਲਕੁਲ ਹੈ ਕਿ ਅਸੀਂ ਇਸੇ ਤਰ੍ਹਾਂ ਹੀ ਕਰਨੇ ਦਾ ਹੈ ਕਿ ਇਰਾਦਾ ਹੈ ਔਰ ਉਹਦੇ ਤੇ ਕੰਮ ਸ਼ੁਰੂ ਕੀਤੇ ਆਵੇ ਠੀਕ ਔਰ ਅੱਲਾ ਇਨਸ਼ਾਅੱਲਾ ਇਸ ਦੇ ਵਿੱਚ ਬਰਕਤ ਦੇਗਾ, ਇਨਸ਼ਾਅੱਲਾ ਬਰਕਤ ਦੇਗਾ ਇਸ ਵਾਸਤੇ ਕਿ ਇਹ ਬਿਲੋਸ ਕੰਮ ਹੈ ਜਿਹਦੇ ਵਿੱਚ ਕੋਈ ਸਾਡਾ ਆਪਣਾ ਲਾਲਚ ਨਾ ਆਇਆ ਕੱਲ ਤੇ ਨਾ ਆ ਜਾਏ ਔਰ ਇਨਸ਼ਾਅੱਲਾ ਉਹਨਾਂ ਨੂੰ ਜਿਹੜਾ ਉਹ ਸਹਾਰਾ ਮਿਲੇਗਾ, ਛੱਤ ਮਿਲੇਗੀ, ਉਹਨਾਂ ਨੂੰ ਰੋਟੀ ਪਾਣੀ ਮਿਲੇਗਾ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਕੰਮ ਕਰਦੇ ਨੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ, ਮੁਆਵਜ਼ਾ ਮਿਲੇਗਾ ਔਰ ਬਿਲਕੁਲ ਉਹ ਆਪਣੇ ਆਪ ਨੂੰ ਆਪਣੇ ਘਰ ਦੀ ਤਰ੍ਹਾਂ ਮਹਿਫੂਜ਼ ਜਿਹੜਾ ਨਾ ਉਹ ਕਰਨ ਦੇ ਔਰ ਐਸਾ ਨਹੀਂ ਹੋਗਾ ਕਿ ਜਿਸ ਤਰ੍ਹਾਂ ਬਾਕੀ ਹਾਸਟਲਸ ਜਾਂ ਚੀਜ਼ਾਂ ਵਿੱਚ ਹੋ ਜਾਂਦਾ ਜਿੱਥੇ ਬੇਸਹਾਰਾ ਬੱਚੇ ਔਰ ਔਰਤਾਂ ਹੁੰਦੀਆਂ ਨੇ ਔਰ ਉਸ ਤੋਂ ਬਾਅਦ ਉਹਨਾਂ ਦਾ ਇਤਸਾਲ ਹੁੰਦਾ ਹੈ ਔਰ ਇਹ ਚੀਜ਼ ਨਹੀਂ ਹੋਈਦੀ ਕਿਉਂਕਿ ਇਹ ਖਵਾਤੀਨ ਦੇ ਅੰਡਰ ਹੈ ਔਰ ਇਨਸ਼ਾਅੱਲਾ ਅਸੀਂ ਤੇ ਸਾਲਾਂ ਤੋਂ ਇਹ ਕੰਮ ਕਰ ਰਹੇ ਹਾਂ, ਬਿਲੋਸ ਕਰ ਰਹੇ ਹਾਂ, ਬਗੈਰ ਕਿਸੇ ਛੱਤ ਤੋਂ ਕਰ ਰਹੇ ਹਾਂ ਤੇ ਇਹ ਕੰਮ ਚੱਲਦਾ ਰਹੇਗਾ ਜੀ ਬਿਲਕੁਲ। ਅੱਜ ਸਾਡੇ ਨਾਲ ਮੌਜੂਦ ਸਨ ਉਮਤਲ ਗਫੂਰ, ਇਹ ਸੋਸ਼ਲ ਮੀਡੀਆ ਐਕਟਿਵਿਸਟ ਹੈਗੀਆਂ ਨੇ, ਵੈਲਫੇਅਰ ਦਾ ਕੰਮ ਕਰਦੀਆਂ ਨੇ ਤੇ ਦਰਦਮੰਦੀ ਨਾਲ ਔਰ ਫਿਰ ਐਜੂਕੇਸ਼ਨ ਦੀ ਸੂਰਤ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਔਰ ਫਿਰ ਲੁਕਮਾ-ਏ ਹਲਾਲ ਤੇ ਲੁਕਮਾ-ਏ ਹਰਾਮ ਦਾ ਉਸ ਤੇ ਯਕੀਨ ਰੱਖਣ ਵਾਲੀਆਂ ਨੇ ਔਰ ਚਾਹੁੰਦੀਆਂ ਨੇ ਕਿ ਜਦ ਤੱਕ ਤੁਸੀਂ ਇਸ ਮਾਮਲੇ ਨੂੰ ਇੱਕ ਨਿੱਕੀ ਜੀ ਲਾਈਨ ਹੈ ਉਹਨੂੰ ਨੂੰ ਅਬੂਰ ਨਹੀਂ ਕਰੋਗੇ ਤੁਹਾਡੇ ਮਾਮਲੇ ਦਰੁਸਤ ਨਹੀਂ ਹੋਣਗੇ। ਇਹ ਨਿੱਕਾ ਜਿਹਾ ਫਰਕ ਹੈਗਾ ਤੇ ਅਗਰ ਤੁਸੀਂ ਐਸ਼ ਇਸ਼ਰਤ ਦੇ ਚੱਕਰ 'ਚ ਪਵੋਗੇ ਤੇ ਮਾਰੇ ਜਾਓਗੇ ਤੇ ਜੇ ਤੁਸੀਂ ਹਲਾਲ ਜਿਹੜਾ ਲੁਕਮਾ ਹਲਾਲ ਦੀ ਤਰਫ ਜਾਓਗੇ ਤੇ ਮਾਮਲਾਤ ਨੂੰ ਅੱਗੇ ਲੈ ਕੇ ਜਾਓਗੇ। ਆਪਣੇ ਯਾਰ ਆਪਣੇ ਬੇਲੀ ਅਹਿਮਦ ਲਤੀਫ ਨੂੰ ਦਿਓ ਇਜਾਜ਼ਤਾਂ। ਰੱਬ ਰਾਖਾ।